ਬਿਸਮਿल्लाहिर्रहमानिर्रहीम नाज़रीन अस्सलाम वालेकुम नाज़रीन ਤੁਸੀਂ ਦੇਖਦੇ ਪਏ ਹੋ ਨਿਊਜ਼ ਟਾਈਮ ਤੇ ਨਿਊਜ਼ ਟਾਈਮ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਇਮਰਾਨ ਖਾਨ ਦੇ 9 ਮਈ ਦੇ 8 ਮੁਕੱਦਮੇ ਆ ਜਿਹੜੀ ਦਰਖਾਸਤ ਜ਼ਮਾਨਤ ਮਨਜ਼ੂਰ ਹੋਈ ਹੈ ਉਹ ਮਨਜ਼ੂਰ ਕਰ ਲਿੱਤੀ ਗਈ ਹੈ। ਅਦਾਲਤ ਸੁਪਰੀਮ ਕੋਰਟ ਨੇ ਜਿਹੜਾ ਹੈ ਉਹ ਅਦਾਲਤ ਉਜ਼ਮਾ ਦੇ ਲਾਹੌਰ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਜ਼ਮਾਨਤਾਂ ਦੀ ਦਰਖਾਸਤਾਂ ਮਨਜ਼ੂਰ ਕੀਤੀਆਂ ਨੇ ਤੇ ਫਰੀ ਕਹਿਣ ਨੂੰ ਹੁਕਮਨਾਮੇ ਲਈ ਇੱਕ ਚੈਂਬਰ 'ਚ ਬੁਲਾਇਆ ਤੇ ਉਸ ਦੌਰਾਨ ਆਖਿਆ ਕਿ ਲਾਹੌਰ ਹਾਈ ਕੋਰਟ ਦਾ ਫੈਸਲਾ ਕਾਲਅਦਮ ਕਰਾਰ ਦਿੱਤਾ ਹੈ ਤੇ 1 ਲੱਖ ਰੁਪਏ ਦੇ ਜ਼ਮਾਨਤੀ ਮੁਚਲਕਿਆਂ ਦੇ ਐਵਜ਼ ਜਿਹੜੀ ਹੈ ਉਹ ਜ਼ਮਾਨਤਾਂ ਮਨਜ਼ੂਰ ਕੀਤੀਆਂ ਗਈਆਂ ਨੇ। ਲੇਕਿਨ ਇਸ ਤੋਂ ਬਾਅਦ ਵੱਡੀ ਗੱਲ ਹੈ ਵੀ ਕਿ ਸੁਪਰੀਮ ਕੋਰਟ ਤੋਂ ਤੇ ਰਿਲੀਫ ਮਿਲ ਗਿਆ ਹੈ, ਮਗਰ 7 ਕੇਸਾਂ ਦੇ ਵਿੱਚ ਹਾਲੀ ਵੀ ਇਮਰਾਨ ਖਾਨ ਦੀ ਜ਼ਮਾਨਤਾਂ ਹੋਣ ਵਾਲੀਆਂ ਨੇ, ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਵੀ ਕਿ ਸੁਪਰੀਮ ਕੋਰਟ ਨੇ ਜਿਹੜਾ ਅੱਜ ਫੈਸਲਾ ਸੁਣਾਇਆ ਉਹਦੇ ਵਿੱਚ ਹਾਈ ਕੋਰਟ ਦੇ ਫੈਸਲੇ ਨੂੰ ਬਿਲਕੁਲ ਕਲਅਦਮ ਕਰਾਰ ਦਿੱਤਾ ਹੈ ਔਰ ਵਜ੍ਹਾ ਨਾਲ ਰਿਲੀਫ ਵੀ ਮਿਲ ਗਿਆ ਹੈ। ਲੇਕਿਨ ਜਿਹੜੀ ਵੱਡੀ ਗੱਲ ਹੈ ਉਹਦੇ ਵਿੱਚ ਇਹ ਵੇ ਕਿ ਸਤੰਬਰ, ਅਕਤੂਬਰ ਤੇ ਨਵੰਬਰ ਦੇ 6 ਕੇਸਿਸ ਜਿਹੜੇ ਨੇ ਨਾ ਉਹਨਾਂ ਦੇ ਵਿੱਚੋਂ ਇੱਕ ਮੁਕੱਦਮਾ ਜਿਹੜਾ ਹੈ ਨਵੰਬਰ ਦੇ ਤਜਾਜ ਦੇ ਹਵਾਲੇ ਨਾਲ ਲਿਖਾ ਹੈ, ਜਿਸ 'ਚ ਇਮਰਾਨ ਖਾਨ 2 ਦਸੰਬਰ ਤੋਂ ਜੁਡੀਸ਼ੀਅਲ ਰਿਮਾਂਡ ਵਿੱਚ ਨੇ। ਤੇ ਇਹ ਹੈਰਾਨਕੁਨ ਗੱਲ ਇਹ ਵੇ ਕਿ ਇਹਦੇ ਵਿੱਚ ਮੁਕੱਦਮਿਆਂ ਦੀ ਜ਼ਮਾਨਤ ਦੀ ਦਰਖਾਸਤ ਹੀ ਨਹੀਂ ਦਿੱਤੀ ਗਈ। ਕਿਆ ਇਹ ਨਲਾਇਕੀ ਹੈ ਤਰੀਕੇ ਇਨਸਾਫ ਦੀ ਲੀਗਲ ਟੀਮ ਦੀ? ਇਹ ਬੜਾ ਸੋਚਣ ਵਾਲੀ ਗੱਲ ਹੈ। ਇਹਦੇ 'ਚ ਚੰਦ ਇਮਕਾਨਾਤ ਹੋ ਸਕਦੇ ਨੇ ਜਿਹੜੇ ਕਿ ਉਹਨਾਂ ਦੇ ਆਪਣੇ ਤੌਰ ਤੇ ਕੋਈ ਵੱਡੇ ਪਲਾਨ ਦਾ ਹਿੱਸਾ ਹੈ ਉਹਨਾਂ ਦਾ, ਜਾਂ ਉਹਨਾਂ ਦੀ ਹਕਮਤ ਅਮਲੀ ਹੈ। ਇਹਦੇ ਤੇ ਅਗਰ ਅਸੀਂ ਦੇਖਿਆ ਜਾਏ ਤੇ 2-3 ਚੀਜ਼ਾਂ ਸਾਹਮਣੇ ਆਉਂਦੀਆਂ ਨੇ ਨਜ਼ਰ। ਉਹਦੇ 'ਚ ਇਮਰਾਨ ਖਾਨ ਦੀ ਲੀਗਲ ਟੀਮ ਜਿਹੜੀ ਹੈ ਉਹ ਇਹਨਾਂ ਮੁਕੱਦਮਿਆਂ ਦੀ ਜ਼ਮਾਨਤ ਦਾਇਰ ਕਰੇਗੀ ਤੇ ਸੁਪਰੀਮ ਕੋਰਟ ਜਿਹੋ ਜਿਹਾ ਮੌਕਫ ਰੱਖੇਗੀ ਉਹਦੇ ਹਵਾਲੇ ਨਾਲ ਜਿਵੇਂ ਅੱਜ ਮੌਕਫ ਰੱਖਿਆ ਤੇ ਇਹਨਾਂ ਨੂੰ ਰਿਲੀਫ ਮਿਲ ਸਕਦਾ ਹੈ। ਲੇਕਿਨ ਦੂਜਾ ਕਾਨੂੰਨੀ ਜਿਹੜਾ ਵੇ ਇਕਦਾਮ ਉਹ ਇਹ ਲੱਗਦਾ ਹੈ ਕਿ ਕਾਨੂੰਨ ਦੇ ਕੁਝ ਮੁਕੱਦਮੇ ਜਿਹੜੇ ਨੇ ਸਿਆਸੀ ਸਤ੍ਹਾ ਤੇ ਡੀਲ ਕਰਨ ਦੀ ਕੋਸ਼ਿਸ਼ ਇਹ ਵੀ ਹੋ ਸਕਦਾ ਹੈ, ਲੇਕਿਨ ਇਹਦੇ ਇਮਕਾਨਾਤ ਬਹੁਤ ਘੱਟ ਨੇ। ਬੈਕਡੋਰ ਚੈਨਲਾਂ ਦੇ ਜ਼ਰੀਏ ਅਗਰ ਮਾਮਲਾ ਕੀਤੇ ਜਾਣ ਇਹਦਾ ਇਮਕਾਨ ਹੈ ਘੱਟ ਹੈ। ਲੇਕਿਨ ਤੀਜਾ ਜਿਹੜਾ ਇਮਕਾਨ ਹੈ ਨਾ ਉਹ ਬੜਾ ਅਹਿਮ ਹੈ। ਉਹਦੀ ਵਜ੍ਹਾ ਕਿ ਕੇਸ ਬਣਾਏ ਕਿਉਂ ਗਏ ਨੇ? ਕੇਸ ਐਸੇ ਵਾਸਤੇ ਬਣਾਏ ਗਏ ਨੇ ਕਿ ਇਮਰਾਨ ਖਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਰ ਤੱਕ ਜੇਲ੍ਹ ਦੇ ਵਿੱਚ ਰੱਖਿਆ ਜਾਏ। ਉਹਦੇ ਵਿੱਚ ਤੀਜਾ ਇਮਕਾਨ ਹੈ ਕਿ ਇਹ ਕੇਸ ਜਿਹੜੇ ਨੇ ਤਵੀਲ ਅਰਸੇ ਤੱਕ ਇਮਰਾਨ ਖਾਨ ਨੂੰ ਜੇਲ੍ਹ ਵਿੱਚ ਰੱਖਣ ਵਾਸਤੇ ਨਾ ਇਸਤੇਮਾਲ ਕੀਤੇ ਜਾ ਸਕਦੇ ਨੇ। ਸਜ਼ਾ ਸੁਣਾਓ, ਅੱਗੇ ਜਾ ਕੇ ਕਲਅਦਮ ਹੋਵੇ, ਫਿਰ ਪਿੱਛੋਂ ਥੱਲੜੀ ਅਦਾਲਤ ਤੋਂ ਸਜ਼ਾ ਸੁਣਾਓ। ਲੇਕਿਨ ਇਹਦੇ ਵਿੱਚ ਇੱਕ ਸਵਾਲੀਆ ਨਿਸ਼ਾਨ ਲੱਗ ਗਿਆ ਥੱਲੇ ਵਾਲੀ ਅਦਾਲਤਾਂ ਤੇ ਕਿ ਹਰ ਜਿਹੜਾ ਫੈਸਲਾ ਹੈ ਥੱਲੇ ਵਾਲੀ ਅਦਾਲਤ ਦਾ ਉਹ ਉੱਤੇ ਜਾ ਕੇ ਟਿਕਦਾ ਨਹੀਂ। ਤੇ ਟਿਕੇਗਾ ਕਿਵੇਂ? ਕਿਉਂਕਿ ਸਾਰੇ ਬੋਗਸ ਬਣੇ ਨੇ। ਔਰ ਦੂਸਰਾ ਜਿਹੜਾ ਵੇ ਕਿ ਇਮਰਾਨ ਖਾਨ ਦੇ ਜਿਹੜੇ ਹਾਮੀ ਨੇ, ਪੀਟੀਆਈ ਦੇ ਜਿਹੜੇ ਲੋਕ ਨੇ ਉਹ ਬੜੇ ਸੋਸ਼ਲ ਮੀਡੀਆ ਤੇ ਮੁਤਹਰਕ ਹੋ ਗਏ ਨੇ। ਉਹਨਾਂ ਨੇ ਬਾਜੀ ਸੋਸ਼ਲ ਮੀਡੀਆ ਤੇ ਬਰਮਾਰ ਕਰ ਦਿੱਤੀ ਹੈ ਕਿ ਉਹਨਾਂ ਨੇ ਇਮਰਾਨ ਖਾਨ ਦੇ ਹੱਕ ਦੇ ਵਿੱਚ ਇੰਨੇ ਮਤਲਬ ਕਿ ਵੀਡੀਓ ਤੇ ਟਵੀਟਾਂ ਕੀਤੀਆਂ ਨੇ ਤੇ ਹਰ ਕਿਸਮ ਦੀਆਂ ਪੋਸਟਾਂ ਕੀਤੀਆਂ ਨੇ ਕਿ ਜਿਹਦੀ ਵਜ੍ਹਾ ਨਾਲ ਸੋਸ਼ਲ ਮੀਡੀਆ ਹਿੱਲ ਕੇ ਰਹਿ ਗਿਆ ਹੈ ਤੇ ਹਕੂਮਤ ਦੀਆਂ ਲੱਤਾਂ ਕੰਬਣ ਲੱਗ ਪਈਆਂ। ਤੇ ਨਾਲ ਹੀ ਵਜ਼ੀਰ ਇਤਲਾਹ ਤਾੜਨ ਨੇ ਬਿਆਨ ਦਾਗ ਦਿੱਤਾ। ਉਹਨਾਂ ਨੇ ਕਿਹਾ ਇਮਰਾਨ ਖਾਨ ਨੂੰ 190 ਮਿਲੀਅਨ ਪਾਉਂਡ ਮੈਗਾ ਕਰਪਸ਼ਨ ਦੇ ਵਿੱਚ ਮੁਲਵਸ ਹੈ, ਜ਼ਮਾਨਤ ਦਾ ਮਤਲਬ ਬਰੀਅਤ ਨਹੀਂ ਹੈਗੀ। ਤੇ ਉਹਨਾਂ ਨੂੰ ਤਾਂ ਸਿਰਫ ਇੰਨਾ ਹੀ ਆਖਿਆ ਜਾ ਸਕਦਾ ਹੈ ਕਿ ਮੀਆਂ ਨਵਾਜ਼ ਸ਼ਰੀਫ ਸਾਹਿਬ 4 ਸਾਲ ਤੱਕ ਇਸ਼ਤਿਹਾਰੀ ਵੀ ਦੇ 50 ਰੁਪਏ ਦੇ ਸਟਾਂਪ ਤੇ ਗਏ ਜਨਾਬ, ਤੇ 에ਅਰਪੋਰਟ ਤੇ ਉਹਨਾਂ ਦੇ ਅੰਗੂਠੇ ਲਵਾਏ ਗਏ ਤੇ ਪੂਰਾ ਪ੍ਰੋਟੋਕੋਲ ਦਿੱਤਾ ਗਿਆ। ਇਹ ਸਾਰੀ ਕੌਮ ਨੇ ਦੇਖਿਆ ਤੇ ਲਿਆਦਾ ਤੁਹਾਡੀ ਜਿਹੜੀ ਹੈ ਜਿਹਨੂੰ ਕਹਿ ਸਕਦੇ ਤੁਹਾਡਾ ਖੌਫ ਜਿਹੜਾ ਉਹ ਸਮਝ ਚਾਹ ਰਿਹਾ ਹੈ ਕਿ ਤੁਸੀਂ ਇਹ ਚਾਹ ਰਹੇ ਹੋ ਕਿ ਇਮਰਾਨ ਖਾਨ ਕਿਸੇ ਤਰੀਕੇ ਨਾਲ ਕਹਿ ਦੇ ਮੈਂ ਤੁਹਾਨੂੰ ਕੁਝ ਨਹੀਂ ਕਹਾਂਗਾ। ਇਹ ਗੱਲ ਹੈਗੀ ਕਿ ਇਮਰਾਨ ਖਾਨ ਦੇ ਬਸ ਦੀ ਗੱਲ ਨਹੀਂ ਗੀ। ਜਿੰਨੇ ਜੁਰਮ ਤੇ ਜਿੰਨੇ ਜ਼ੁਲਮ ਤੁਸੀਂ ਕਰ ਲਿੱਤੇ ਨੇ ਉਹਦਾ ਇਮਰਾਨ ਖਾਨ ਕੋ ਹੱਲ ਨਹੀਂ ਗਾ, ਕੌਮ ਕੋਲ ਵੀ ਮਾਫੀ ਮੰਗਣੀ ਪੈਣੀ ਹੈ। ਹੁਣ ਤੱਕ ਲਈ ਨਾਜ਼ਰੀਨ ਇੰਨਾ ਹੀ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ। ਅੱਲਾਹ।